Now students, today we will do part 2 of lesson 5, the society, यानी कि समाज. People were divided into a number of tribes. So कहते कि लोग कई ਕਬੀਲਿਆਂ ਦੇ ਵਿੱਚ ਵੰਡੇ ਗਏ ਸਨ, ਮਤਲਬ ਵੱਖ-ਵੱਖ ਕਬੀਲਿਆਂ ਵਿੱਚ ਵੱਖ-ਵੱਖ ਉਹਨਾਂ ਦੀ ਜਾਤੀਆਂ ਕਹਿ ਸਕਦੇ ਹਾਂ ਆਪਾਂ, ਉਹਨਾਂ ਵਿੱਚ ਵੰਡੇ ਗਏ ਸਨ. ਈਚ ਟਰਾਈਬ ਸੈਟਲਡ ਇਨ ਅ ਸਪੈਸੀਫਿਕ ਏਰੀਆ. ਸੋ ਕਹਿੰਦੇ ਕਿ ਹਰ ਇੱਕ ਕਬੀਲਾ ਜੋ ਸੀ ਉਹ ਇੱਕ ਖਾਸ ਖੇਤਰ ਦੇ ਵਿੱਚ ਵਸਿਆ, ਸੈਟਲਡ ਵਸਿਆ. ਵਿਚ ਇਨਕਲੂਡਡ ਮੈਨੀ ਵਿਲੇਜਸ. ਕਿਹੜੇ ਖੇਤਰ ਵਿੱਚ? ਇੱਕ ਖਾਸ ਕਿਸਮ ਦੇ ਖੇਤਰ ਵਿੱਚ ਵਸਿਆ ਜਿਸ ਵਿੱਚ ਕਈ ਪਿੰਡ ਸਨ. ਈਚ ਟਰਾਈਬ ਹੈਡ ਅ ਕਿੰਗ ਨੋਨ ਐਜ਼ ਰਾਜਨ. ਹਰ ਇੱਕ ਕਬੀਲੇ ਦਾ ਇੱਕ ਰਾਜਾ ਸੀ ਜਿਸ ਨੂੰ ਰਾਜਨ ਆਖਦੇ ਸਨ. ਹੂ ਵਾਜ਼ ਸਿਲੈਕਟਡ ਔਨ ਦ ਬੇਸਿਸ ਆਫ ਹਿਜ਼ ਬਰੇਵਰੀ. ਜੋ ਕਿ ਆਪਣੀ ਦਲੇਰੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਉਸਦੀ ਸੂਰਬੀਰਤਾ ਕਰਕੇ ਉਹ ਉਸਦੇ ਆਧਾਰ 'ਤੇ ਸੂਰਬੀਰਤਾ ਅਤੇ ਦਲੇਰੀ ਦੇ ਆਧਾਰ 'ਤੇ ਹੀ ਚੁਣਿਆ ਜਾਂਦਾ ਸੀ. ਉਹੀ ਉਸਨੂੰ ਰਾਜਾ ਬਣਾ ਦਿੰਦੇ ਸਨ. ਸੋ ਦੀਸ ਕਿੰਗਸ ਵਰ ਵੈਰੀ ਡਿਫਰੈਂਟ ਫਰੋਮ ਦ ਕਿੰਗਸ ਆਫ ਲੇਟਰ ਟਾਈਮ. ਸੋ ਇਹ ਰਾਜੇ ਬਾਅਦ ਦੇ ਸਮੇਂ ਦੇ ਰਾਜੇ ਨਾਲੋਂ ਪੂਰੇ ਵੱਖਰੇ ਸਨ. They did not have large standing army or huge palaces. ਸੋ ਕਹਿੰਦੇ ਕਿ ਇਹ ਜਿਹੜੇ ਰਾਜੇ ਸੀ ਹੈ ਨਾ ਵੱਖਰੇ ਸਨ ਇਹ ਪੂਰੀ ਤਰ੍ਹਾਂ ਨਾਲ, ਅਤੇ ਉਹਨਾਂ ਕੋਲ ਕੋਈ ਵੱਡੀ ਖੜਨ ਵਾਲੀ ਫੌਜ ਜਾਂ ਫਿਰ ਆਪਾਂ ਕਹਿ ਸਕਦੇ ਵਿਸ਼ਾਲ ਮਹਿਲ ਨਹੀਂ ਸਨ ਉਹਨਾਂ ਕੋਲ. ਠੀਕ ਹੈ. ਸੋ ਦੇ ਕੰਟਰੋਲ ਅ ਵੈਰੀ ਸਮੋਲ ਏਰੀਆ. ਸੋ ਉਹਨਾਂ ਨੇ ਇੱਕ ਬਹੁਤ ਹੀ ਛੋਟੇ ਖੇਤਰ ਨੂੰ ਨਿਯੰਤਰਿਤ ਕੀਤਾ. There were two assemblies, the sabha and the samiti. ਸੋ ਕਹਿੰਦੇ ਕਿ ਇੱਥੇ ਦੋ ਸਭਾਵਾਂ ਸਨ. ਅਸੈਂਬਲੀ ਸਭਾਵਾਂ ਹੈ ਨਾ, ਸਭਾ ਅਤੇ ਸਮਿਤੀ. ਇਕੱਠ ਜਿੱਥੇ ਕਰਦੇ ਨੇ ਸਾਰੇ ਇਕੱਠੇ ਹੋ ਕੇ ਫੈਸਲੇ ਲੈਂਦੇ ਨੇ ਹੈ ਨਾ. ਸੋ ਉਸ ਤਰ੍ਹਾਂ ਦੋ ਅਸੈਂਬਲੀਜ਼ ਸੀਗੀਆਂ, ਇੱਕ ਸਭਾ ਅਤੇ ਇੱਕ ਸਮਿਤੀ. ਇਟ ਸੀਮਸ ਦੈਟ ਦਾ ਸਭਾ ਵਾਜ਼ ਐਨ ਅਸੈਂਬਲੀ ਆਫ ਦ ਐਲਡਰਸ ਐਂਡ ਇੰਪੋਰਟੈਂਟ ਪੀਪਲ. ਸੋ ਕਹਿੰਦੇ ਕਿ ਅਜਿਹਾ ਲੱਗਦਾ ਹੈ ਕਿ ਸਭਾ ਬਜ਼ੁਰਗਾਂ ਅਤੇ ਮਹੱਤਵਪੂਰਨ ਲੋਕਾਂ ਦੀ ਇੱਕ ਸਭਾ ਸੀ ਹੈ ਨਾ, ਜੋ ਇਕੱਠ ਕੀਤਾ ਜਾਂਦਾ ਸੀ ਜਿਵੇਂ. ਸੋ ਜਿਹੜੀ ਸਭਾ ਸੀ ਉਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਲੋਕ ਆਉਂਦੇ ਸਨ ਜਿਹੜੇ ਬਹੁਤ ਜ਼ਰੂਰੀ ਕੋਈ ਖਾਸ ਕਿੱਤੇ ਵਾਲੇ ਹੋਣ ਹੈ ਨਾ. ਸੋ ਉਹ ਆਉਂਦੇ ਸਨ ਅਤੇ ਨਾਲ ਹੀ ਜਿਹੜੇ ਵੱਡੇ ਹੋ ਜ਼ਿਆਦਾ ਬਜ਼ੁਰਗ ਕਹਿ ਸਕਦੇ ਹਾਂ ਆਪਾਂ, ਉਹ ਉਹਨਾਂ ਦੀ ਮੀਟਿੰਗ ਹੁੰਦੀ ਸੀ ਜਿਸ ਤਰ੍ਹਾਂ. ਠੀਕ ਹੈ. ਸੋ ਉਸਨੂੰ ਕੀ ਕਹਿੰਦੇ ਸੀ ਕਿ ਸਭਾ. ਸੋ ਇਹ ਇੱਕ ਤਰ੍ਹਾਂ ਦਾ ਇਹੋ ਜਿਹਾ ਇਹਨਾਂ ਦਾ ਇਕੱਠ ਹੁੰਦਾ ਸੀ ਮਹੱਤਵਪੂਰਨ ਲੋਕਾਂ ਦਾ ਅਤੇ ਬਜ਼ੁਰਗਾਂ ਦਾ. ਐਂਡ ਦ ਸਮਿਤੀ ਵਾਜ਼ ਅ ਜਨਰਲ ਅਸੈਂਬਲੀ ਕੰਪਰਾਈਜ਼ਿੰਗ ਮੈਂਬਰਸ ਆਫ ਐਵਰੀ ਫੈਮਿਲੀ ਆਫ ਦ ਜਨ. ਸੋ ਕਹਿੰਦੇ ਕਿ ਜਿਹੜੀ ਸੰਮਤੀ ਸੀ ਉਹ ਇੱਕ ਆਮ ਸਭਾ ਸੀ ਜੋ ਜਨ ਦੇ ਹਰ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਮਿਲ ਕਰਦੀ ਸੀ. ਜੋ ਵੀ ਉੱਥੋਂ ਦੇ ਫੈਮਿਲੀ ਮੈਂਬਰ ਸੀਗੇ ਨਾ, ਜਿਹੜੇ ਟਰਾਈਬ ਦੇ ਕਹਿ ਸਕਦੇ ਹਾਂ ਆਪਾਂ ਨਾ, ਕਬੀਲਿਆਂ ਦੇ ਜੋ ਲੋਕ ਸਨ ਉਹਨਾਂ ਦੇ ਫੈਮਿਲੀ ਦੇ ਜਿਹੜਾ ਇੱਕ ਇੱਕ ਮੈਂਬਰ ਉੱਥੇ ਪਹੁੰਚਦਾ ਸੀਗਾ. ਸੋ ਉਹਨਾਂ ਦੀ ਜੋ ਅਸੈਂਬਲੀ ਸੀ ਉਸਦਾ ਕੀ ਨਾਮ ਸੀ? ਸੰਮਤੀ. ਠੀਕ ਹੈ. ਸੋ ਅਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸ਼ਾਮਿਲ ਕਰਦੇ ਸੀ ਜਿਸ ਦੇ ਵਿੱਚ. ਸੋ ਆਲ ਦ ਇੰਪੋਰਟੈਂਟ ਇਸ਼ੂਜ਼ ਵਰ ਡਿਸਕਸਡ ਇਨ ਦੀਜ਼ ਅਸੈਂਬਲੀਜ਼. ਸੋ ਇਹਨਾਂ ਅਸੈਂਬਲੀਆਂ ਵਿੱਚ ਇਹ ਜਿਹੜੀਆਂ ਸਭਾਵਾਂ ਸੀ ਦੋ ਤਰ੍ਹਾਂ ਦੀਆਂ, ਸਾਰੇ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ ਇਹਨਾਂ ਵਿੱਚ. Two words were used for describing the community or the people as a whole. ਦੋ ਸ਼ਬਦ ਵਰਤੇ ਗਏ ਸਨ ਇੱਕ ਸਮੂਹ ਜਾਂ ਸਮੁੱਚੇ ਲੋਕਾਂ ਦੇ ਵਰਣਨ ਕਰਨ ਲਈ. One was the word ਜਨ and the other was wish. ਸੋ ਇੱਕ ਸ਼ਬਦ ਸੀ ਜਨ ਅਤੇ ਦੂਸਰਾ ਸੀ ਵਿਸ਼. The word ਵੈਸ਼ਿਆ was derived from wish. ਸੋ ਕਹਿੰਦੇ ਕਿ ਵੈਸ਼ਿਆ ਸ਼ਬਦ ਵਿਸ਼ ਤੋਂ ਲਿਆ ਗਿਆ ਸੀ, ਉਤਪੰਨ ਹੋਇਆ ਸੀ. ਬਹੁਤ ਸਾਰੇ ਵਿਸ਼ ਜਾਂ ਆਪਾਂ ਕਹਿ ਸਕਦੇ ਹਾਂ ਨਾ, ਮੈਨੀ ਵਿਸ਼ ਔਰ ਜਨ ਦੇ ਆਰ ਇੰਡੀਕੇਟਡ ਬਾਈ ਨੇਮ. ਬਹੁਤ ਸਾਰੇ ਵਿਸ਼ ਜਾਂ ਜਨ ਨਾਮ ਦੁਆਰਾ ਦਰਸਾਏ ਜਾਂਦੇ ਹਨ. ਸੋ ਵੀ ਫਾਈਂਡ ਰੈਫਰੈਂਸਿਸ ਟੂ ਦਾ ਭਾਰਤ ਜਨ ਔਰ ਵਿਸ਼. ਇਸ ਲਈ ਸਾਨੂੰ ਭਾਰਤ ਜਨ ਜਾਂ ਵਿਸ਼ ਦੇ ਸੰਦਰਭ ਮਿਲਦੇ ਹਨ. ਦਾ ਯਦੂ ਜਨ ਔਰ ਵਿਸ਼ ਐਂਡ ਦਾ ਪੁਰੂ ਜਨ ਔਰ ਵਿਸ਼ ਐਮੰਗ ਅਦਰਸ. ਸੋ ਇਹਨਾਂ ਦੇ ਵੀ ਯਦੂ ਜਨ ਹੋ ਗਏ ਜਾਂ ਵਿਸ਼ ਜਾਂ ਪੁਰੂ ਜਨ ਹੋ ਗਏ ਹੈ ਨਾ, ਜਾਂ ਵਿਸ਼, ਇਹਨਾਂ ਦੇ ਵੀ ਸੰਦਰਭ ਮਿਲਦੇ ਹਨ, ਰੈਫਰੈਂਸ ਮਿਲਦੇ ਹਨ. The people who composed the hymns described themselves as Aryans. ਭਜਨ ਤਿਆਰ ਕਰਨ ਵਾਲੇ ਲੋਕਾਂ ਨੇ ਆਪਣੇ ਆਪ ਨੂੰ ਆਰੀਅਨ ਦੱਸਿਆ. ਜਿਹੜੇ ਪਰਮਾਤਮਾ ਦੀ ਬੰਦਗੀ ਦੇ ਭਜਨ ਤਿਆਰ ਕਰਦੇ ਸਨ ਨਾ, ਉਹ ਆਪਣੇ ਆਪ ਨੂੰ ਕੀ ਦੱਸਦੇ ਸੀ ਵੀ ਉਹ ਆਰੀਅਨਸ ਨੇ. ਉਹ ਆਪਣੇ ਆਪ ਨੂੰ ਡਿਸਕ੍ਰਾਈਬ ਕਰਦੇ ਸੀ, ਦੈਮਸੈਲਵਸ, ਖੁਦ ਨੂੰ ਆਰੀਅਨਸ ਦੱਸਦੇ ਸੀ.
दे कॉल देयर ओपोनेंट्स एज दास और दासियस। जो वो की करते सी उन्होंने जिहड़े विरोधी सी है ना, जो आर्यन सी वो अपने विरोधियों नूं की दसदे सीगे, दास या दासियां दे नाम नाल दसदे सीगे, दास या दासियां ने अपने विरोधियों नूं। दास वर द पीपल हू डिड नॉट परफॉर्म सैक्रीफाइसिस। सो कहते कि दास वो लोग सन जिन्हों ने कुर्बानियाँ नहीं कीतियां, ठीक है, उन्होंने कोई कुर्बानियाँ नहीं दित्तियां। देयर लैंग्वेज वॉज डिफरेंट फ्रॉम दैट ऑफ द आर्यंस। उन्हों की भाषा आर्यंस नालों वक्री सी। लेटर बाद विच द टर्म दासा एंड द फैमिनिन दासी, तो दासा की जो फैमिनिन है वो दासी है ना, केम टू मीन स्लेव। कहते कि बाद विच शब्द दास का अर्थ गुलाम बन गया। स्लेव्स वर मैन है ना, गुलाम आदमी, एंड वूमेन ते औरतां हू वर ऑफन कैप्चर्ड इन वार्स। सो जिन्हों जो अक्सर युद्धां दे विच गिरफ्तार किया जाता सी, फड़िया जाता सी, गिरफ्तार किया जाता सी ना युद्धां दे दौरान, उन्होंने ये की दसदे सी, दास ते दासी बना देंदे सीगे, गुलाम कह के उन्होंने ले आते सी। सो स्लेव्स हैड टू डू वॉट एवर वर्क देयर मास्टर्स वांटेड दैम टू डू। सो कहते कि गुलामां नूं उही करना पैंदा सी जो उन्होंने जिहड़े मालक मास्टर्स मालक उन्होंने तो करवाना चाहते सन, सो उही करते सन। नैक्सट है ऑक्यूपेशनस। सो किते या पेशे आप कह सकते हैं ना, उन्होंने पेशा की सी, काम काज की सी। द मेन ऑक्यूपेशनस ऑफ द पीपल वर एग्रीकल्चर एंड कैटल रियरिंग। सो कहते कि लोगों के मुख किते खेतीबाड़ी और पशु पालन सी। बिसाइड्स दिस, इन्हां तो इलावा अदर कॉमन ऑक्यूपेशनस वर चैरियट मेकिंग। सो कहते कि इन्हां तो इलावा आम कित्तियां विच होर जिहड़े आम किते सीगे किहड़े किहड़े सी, रथ बनाउण दा काम, चैरियट की हुंदा है, रथ, मेकिंग बनाउणा, पॉटरी मेकिंग, बर्तन बनाना, भांडे बनाना, मैटल वर्क, धात का काम, ज्वैलरी मेकिंग, गहणिया का निर्माण हो गया, वीविंग, बुनाई, कारपेंटरी, तरखान का काम हो गया, टैनिंग एंड फिशिंग, ठीक है, रंगाई ते विच फड़ना शामिल है इस जो उन्होंने किते सी। मैनी पीपल वर प्रीस्ट्स, बहुत सारे लोग पुजारी सन। हू ऑल्सो परफॉर्म्ड द ड्यूटीज़ ऑफ डॉक्टर्स एंड टीचर्स, जो डॉक्टरां ते अध्यापकों दी ड्यूटियां भी निभाते सन। सो दे हैड एनफ नॉलेज अबाउट प्लांट्स एंड मेडिसिनल हर्ब्स। सो उन्होंने पौदियां ते चिकित्सक जड़ियां बूटियां बारे काफ़ी ज्ञान सी। दे पासड ऑन द नॉलेज ऑफ द वेदास टू द यंगर जनरेशन। ओके, उन्हों का की काम सी, उन्होंने यह वेदां का जिहड़ा ज्ञान सी वो नौजवान पीढ़ी नूं दिता। दे पासड ऑन द नॉलेज, जो ज्ञान सी किसका, ऑफ द वेदास, वेद, जो वेदां का ज्ञान सी किसनूं दिता, टू द यंगर जनरेशन, नौजवान जिहड़ी पीढ़ी उसनूं दिता। लेट अस नाउ टेक अ लुक एट द डेवलपमेंट इन अदर पार्ट्स ऑफ इंडिया ड्यूरिंग द वैदिक एज। आओ हुण वैदिक युग दौरान भारत के होरनां हिस्सिਆਂ ਵਿੱਚ होए विकास उत्ते एक नज़र मारीए। तो वैदिक युग दौरान कहते कि भी होर लोगों ने किहड़ा विकास किया उस समय लोगों ने, होर उन्होंने पेशियां वजों है ना जिस तरह काम किए, किहड़े किए। सो पहला है पॉटरी, यानी कि मिट्टी के बर्तन, भांडे, भांडियां का जो काम सी। पॉटरी इज़ मेड अप ऑफ क्ले, जिहड़े भांडे सी वो क्ले तो बनते सन। क्ले इज़ फर्स्ट माउल्डेड इनटू द डिजायर्ड शेप। सो कहते कि उस क्ले नूं, मिट्टी नूं पहलां लोड़ींदी शक्ल दे विच माउल्डेड, यानी कि ढालिया जांदा सी। पॉटरी कैन बी आइदर शेप्ड बाय हैंड और शेप्ड ऑन अ व्हील। सो कहते कि पॉटरी नूं है ना उस भांडे नूं या तो हथ नाल आकार दिता जा सकता सी या पहिए ते आकार भी दिता जाता है ना। द अर्लीएस्ट पॉटरी वॉज हैंडमेड, सब तो पहला भांडा हथ नाल बनाया गया सी, हथ का बनया सी। विद द पैसेज ऑफ टाइम, समय के बीतन के नाल द पॉटर्स व्हील वॉज डिस्कवर्ड, घुमियार के पहिए की खोज की गई सी। So the clay is thrown onto the center of a potter's wheel which is rotated। कहते कि मिट्टी घुमियार दे पहिए दे केंद्र ते, सेंटर किहड़ा केंद्र उस ते सुट दित्ती जाती है, ठीक है, बिल्कुल विचकार, विच इज़ रोटेटेड, जो घूमती है ना, घूम के की हुंदा सी। द पॉटर माउल्ड्स द क्ले टू द डिजायर्ड शेप ऑन द व्हील। सो घुमियार मिट्टी नूं पहिए उत्ते लोड़ींदी शक्ल वाल ढालदा इस तरीके नाल, इस तरह करदा वो। So this shaped pottery is then fired in a kiln or furnace, भट्ठी होंदी है ना, भट्ठा या भट्ठी, at a high temperature।
ਸੋ ਕਹਿੰਦੇ ਕਿ ਫਿਰ ਇਸ ਦੇ ਆਕਾਰ ਦੇ ਭਾਂਡੇ ਨੂੰ ਉੱਚੇ ਤਾਪਮਾਨ ਤੇ ਹਾਈ ਟੈਂਪਰੇਚਰ ਤੇ ਉੱਚੇ ਤਾਪਮਾਨ ਦੇ ਭੱਠੇ ਜਾਂ ਭੱਠੀ ਦੇ ਵਿੱਚ ਸੁੱਟਿਆ ਜਾਂਦਾ। ਸੋ ਦਿਸ ਪ੍ਰੋਸੈਸ ਸਟਰੈਂਥਨਸ ਦਾ ਪੋਟਰੀ ਦਸ ਮੇਕਿੰਗ ਇਟ ਪਰਮਾਨੈਂਟਲੀ ਹਾਰਡ। ਸੋ ਕੀ ਹੁੰਦਾ ਸੀ ਜਦੋਂ ਇਸ ਨੂੰ ਭੱਠੇ ਦੇ ਵਿੱਚ ਸੁੱਟਿਆ ਜਾਂਦਾ ਸੀ, ਇਹ ਪ੍ਰਕਿਰਿਆ ਮਿੱਟੀ ਦੇ ਭਾਂਡਿਆਂ ਨੂੰ ਮਜ਼ਬੂਤ ਬਣਾਉਂਦੀ ਹੈ, ਹੈ ਨਾ, ਮਜ਼ਬੂਤ ਬਣਾ ਦਿੰਦੀ ਤੇ ਇਸ ਲਈ ਇਸ ਨੂੰ ਸਥਾਈ ਤੌਰ ਤੇ ਸਖਤ ਬਣਾਉਂਦੀ। ਸੋ ਇਸ ਤਰੀਕੇ ਦੇ ਨਾਲ ਇਹ ਪੋਟਰੀ ਦਾ ਕੰਮ ਹੁੰਦਾ ਸੀ।